ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅੱਜ ਦੇ ਸਿਆਸੀ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੀਰਵਾਰ ਦੇ ਪ੍ਰੋਗਰਾਮ 'ਚ ਅਸੀਂ ਭਗਤ ਬਾਣੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਜਨਾਂ ਦੀਆਂ ਰਚਨਾਵਾਂ ਨੇ ਜੀ, ਉਹਨਾਂ ਦੇ ਉੱਤੇ ਵਿਚਾਰ ਕਰਦੇ। ਔਰ ਅੱਜ ਅਸੀਂ ਉਹ ਭਗਤ ਜਨ ਜਿਨ੍ਹਾਂ ਦਾ ਹਿੰਦੀ ਲਿਟਰੇਚਰ ਦੇ ਵਿੱਚ ਵੀ ਬਹੁਤ ਜ਼ਿਕਰ ਹੁੰਦਾ ਹੈ, ਭਗਤ ਸੂਰਦਾਸ। ਜ਼ਾਹਰ ਹੈ ਕਿ ਸੂਰਦਾਸ ਅੱਖਾਂ ਤੋਂ ਨਬੀਨੇ ਸਨ, ਬਲਾਈਂਡ ਸਨ। ਉਸ ਬਾਰੇ ਡਿਫਰੈਂਟ ਕਹਾਣੀਆਂ ਨੇ ਕਿ ਕੀ ਉਹ ਜਨਮ ਤੋਂ ਸਨ ਜਾਂ ਕਿਸੇ ਖੂਬਸੂਰਤ ਔਰਤ ਦੇ ਪਿਆਰ 'ਚ ਜਿਹਦੇ 'ਚ ਕਿ ਉਹਨਾਂ ਨੂੰ ਨਿਰਾਸ਼ਤਾ ਪੱਲੇ ਲੱਗੀ, ਉਹਨਾਂ ਨੇ ਆਪਣੀਆਂ ਅੱਖਾਂ ਜਿਹੜੀਆਂ ਨੇ ਉਹਨਾਂ ਨੂੰ ਅੰਨ੍ਹਿਆ ਕਰ ਲਿਆ ਔਰ ਰੱਬ ਦੀ ਬੰਦਗੀ ਵੱਲ ਐਸਾ ਮੁੜੇ ਕਿ ਜਦੋਂ ਵੀ ਕ੍ਰਿਸ਼ਨ ਜੀ ਜਾਂ ਉਹਨਾਂ ਦੇ ਨਾਲ ਰਿਲੇਟਡ ਵੀ ਜਿੰਨੇ ਪ੍ਰੇਮ ਭਗਤੀ ਵਾਲੇ, ਪ੍ਰੇਮਾ ਭਗਤੀ ਜਿਹਨੂੰ ਕਹਿੰਦੇ ਨੇ, ਪਦ ਨੇ, ਉਹ ਭਗਤ ਸੂਰਦਾਸ ਨਾਲ ਜੁੜੇ ਹੋਏ ਨੇ। ਔਰ ਜਿਹੜੇ ਉੱਥੇ ਗਲੀਆਂ ਬਾਜ਼ਾਰਾਂ 'ਚ ਬਹੁਤ ਵਾਰੀ ਉਹਦੇ ਨਾਲ ਤੂੰਬੀ ਨਾਲ ਗਾਉਣ ਵਾਲੇ ਵੀ ਨੇ, ਉਹ ਭਗਤ ਸੂਰਦਾਸ ਜੀ ਦੇ ਜਿਹੜੇ ਕ੍ਰਿਸ਼ਨ ਪਿਆਰ ਦੇ ਵਿੱਚ ਉਹਨਾਂ ਨੇ ਪਦੇ ਕਹੇ, ਉਹਨਾਂ ਦਾ ਗਾਇਨ ਕਰਦੇ ਨੇ। ਸੋ ਜ਼ਾਹਰਾ ਤੌਰ 'ਤੇ ਬਹੁਤ ਸਾਰਾ ਜਿਹੜਾ ਜਿਵੇਂ ਮਾਂ ਯਸ਼ੋਦਾ ਕ੍ਰਿਸ਼ਨ ਜੀ ਨਾਲ ਸੰਬੰਧਿਤ ਉਹਨਾਂ ਦੀਆਂ ਲਿਖਤਾਂ, ਜਿਹਦੇ 'ਚ ਕਿ ਜਿਹੜਾ ਮੈਂ ਨਹੀਂ ਮਾਖਣ ਖਾਇਓ, ਉਹਨਾਂ ਦਾ ਕਾਫੀ ਪੋਪੂਲਰ ਹੈ। ਸੋ ਉਹਨਾਂ ਦਾ ਜ਼ਿਕਰ ਹਿੰਦੂ ਜਾਂ ਹਿੰਦੀ ਲਿਟਰੇਚਰ ਦੇ ਵਿੱਚ ਤਾਂ ਬਹੁਤ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਬਾਣੀ ਦੇ ਟਾਈਟਲ ਥੱਲੇ ਨਹੀਂ, ਸਾਰੰਗ ਰਾਗ ਜਦੋਂ ਚੱਲ ਰਿਹਾ ਹੈ, ਇੱਕ ਲਾਈਨ ਸਿਰਫ ਭਗਤ ਸੂਰਦਾਸ ਜੀ ਦੀ ਹੈ, ਛਾੜ ਮਨ ਹਰ ਬਿਮੁਖਨ ਕੋ ਸੰਖ। ਔਰ ਇਸ ਦੇ ਉੱਤੇ ਵੀ ਸੂਰਦਾਸ ਦਾ ਨਾਂ ਨਹੀਂ ਹੈ, ਸਿਰਫ ਇਹ ਹੈ ਕਿ ਹੇ ਮੇਰੇ ਮਨ ਜਿਹੜੇ ਰੱਬ ਤੋਂ ਬੇਮੁਖ ਨੇ, ਰੱਬ ਤੋਂ ਟੁੱਟੇ ਹੋਏ ਨੇ, ਉਹਨਾਂ ਦੇ ਸਾਥ ਨੂੰ ਛੱਡ ਦੇ। ਹੁਣ ਇਸ ਲਾਈਨ ਦੀ ਕਿੰਨੀ ਅਹਿਮੀਅਤ ਹੋਏਗੀ ਕਿ ਗੁਰੂ ਅਰਜਨ ਸਾਹਿਬ ਨੇ ਇਸ ਲਾਈਨ ਦੇ ਉੱਤੇ ਇੱਕ ਸ਼ਬਦ ਦੀ ਰਚਨਾ ਕੀਤੀ ਔਰ ਉਸ ਸ਼ਬਦ ਨੂੰ ਸੂਰਦਾਸ ਜੀ ਨੂੰ ਸਮਰਪਿਤ ਕੀਤਾ। ਇਸ ਲਈ ਜਦੋਂ ਸਾਡੇ ਸਕਾਲਰ ਕਈ ਵਾਰ ਭਗਤ ਸੂਰਦਾਸ ਦੀ ਕੀ ਬਾਣੀ ਹੈ, ਕਈ ਉਹਨੂੰ ਦੋ ਸ਼ਬਦ ਲਿਖ ਦੇਣਗੇ ਕਿ ਜੀ ਜਿਹੜਾ ਇੱਕ ਛਾੜ ਮਨ ਹਰ ਬਿਮੁਖਨ ਕੋ ਸੰਗ, ਇਹ ਉਹਨਾਂ ਦੀ ਰਚਨਾ ਹੈ, ਤੇ ਇੱਕ ਜਿਹੜਾ ਦੂਸਰਾ ਫਿਰ ਸਾਰੰਗ ਮਹੱਲਾ ਪੰਜਵਾਂ ਸੂਰਦਾਸ ਇੱਕ ਓਂਕਾਰ ਸਤਿਗੁਰ। ਹੁਣ ਜਿੱਥੇ ਮਹੱਲਾ ਲੱਗਾ ਇਹਦਾ ਮਤਲਬ ਹੈ ਵੀ ਇਹ ਰਚਨਾ ਭਗਤ ਜੀ ਦੀ ਨਹੀਂ ਹੈ, ਪੰਜਵੇਂ ਪਾਤਸ਼ਾਹ ਦੀ ਹੈ, ਪਰ ਨਾਲ ਉਹਨਾਂ ਨੇ ਸੂਰਦਾਸ ਲਿਖ ਕੇ ਇਹ ਜਿਹੜਾ ਭੇਤ ਉਹਨਾਂ ਨੇ ਇੱਕ ਲਾਈਨ ਦੇ ਵਿੱਚ ਕਹਿ ਕੇ ਉਸ ਨੂੰ ਇੰਟਰਪ੍ਰੇਟ ਨਹੀਂ ਕੀਤਾ ਅੱਗੇ, ਉਹ ਗੁਰੂ ਅਰਜਨ ਸਾਹਿਬ ਨੇ ਇਸ ਸ਼ਬਦ ਦੇ ਵਿੱਚ ਉਸ ਨੂੰ ਜਿਹੜਾ ਉਹ ਉਸ ਦੀ ਡਿਟੇਲ ਦਿੱਤੀ। ਸਾਰੰਗ ਮਹੱਲਾ ਪੰਜਵਾਂ ਸੂਰਦਾਸ ਇੱਕ ਓਂਕਾਰ ਸਤਿਗੁਰ ਪ੍ਰਸਾਦ। ਹਰ ਕੇ ਸੰਗ ਬਸੇ ਹਰ ਲੋਕ, ਤਨ ਮਨ ਅਰਪ ਸਰਬਸ ਸਭ ਅਰਪਿਓ, ਆਨੰਦ ਸਹਿਜ ਧੁਨ ਝੋਕ ਰਹਾਓ। ਦਰਸ਼ਨ ਪੇਖ ਭੈ ਨਿਰਭਿਖਈ, ਪਾਏ ਹੈ ਸਗਲੇ ਥੋਕ, ਆਨ ਬਸਤ ਸਿਉ ਕਾਜ ਨ ਕਛੂ ਹੈ, ਸੁੰਦਰ ਬਦਨ ਅਲੋਕ। श्याम सुंदर तज आन जो चाहत, ज्यों कुष्टी तन जोक। सूरदास मन प्रभ हथ लीनो, दीनो एहो परलोक। हुण ਜ਼ਾਹਰ है कि जे थले जाके देखो तो सूरदास तो लगता है कि जी ये उन्हां दी रचना है, पर उपर ही इसलिए अपना शब्द शुरू करने तो पहला महला पंजवां गुरु अर्जन साहब ने तुक छाड़ मन हर बिमुखन को संग। पर हुण सूरदास जी ਨੂੰ ਸੰਬੋਧਿਤ ਕਰਕੇ ਸਾਨੂੰ ਸਮਝਾਇਆ ਕਿ ਰੱਬ ਤੋਂ ਬੇਮੁਖ ਲੋਕਾਂ ਦਾ ਸਾਥ ਕਿਵੇਂ ਛੁੱਟ ਸਕਦਾ ਹੈ, ਉਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਤਾਂ ਗੁਰੂ ਸਾਹਿਬ ਫਰਮਾਉਂਦੇ ਨੇ ਹਰ ਕੇ ਸੰਗ ਬਸੇ ਹਰ ਲੋਕ, ਕਿ ਜਿਹੜੇ ਰੱਬ ਦੇ ਬੰਦੇ ਨੇ ਉਹ ਰੱਬ ਦੇ ਸੰਗ ਵਸਦੇ ਨੇ। ਬਿਲਕੁਲ ਉਹ ਉਹਨਾਂ ਦੇ, ਜਦੋਂ ਅਸੀਂ ਆਪਣੀ ਅਰਦਾਸ 'ਚ ਵੀ ਇਹ ਲਫ਼ਜ਼ ਕਹਿੰਦੇ ਹਾਂ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਅਸੀਂ ਰੱਬ ਤੋਂ ਮੰਗਦੇ ਹਾਂ ਕਿ ਉਹਨਾਂ ਦਾ ਸਾਨੂੰ ਸਾਥ ਦੇ, ਜਿਨ੍ਹਾਂ ਦੇ ਨਾਲ ਸਾਡਾ ਫੇਥ, ਸਾਡਾ ਬਿਲੀਫ, ਸਾਡਾ ਵਿਸ਼ਵਾਸ ਹੋਰ ਪੁਖਤਾ ਹੋਏ, ਹੋਰ ਮਜ਼ਬੂਤ ਹੋਏ। ਹਰ ਕੇ ਸੰਗ ਬਸੇ ਹਰ ਲੋਕ, ਤਨ ਮਨ ਅਰਪ ਸਰਬਸ ਸਭ ਅਰਪਿਓ, ਆਨੰਦ ਸਹਿਜ ਧੁਨ ਝੋਕ। ਕਿ ਜਿਹੜੇ ਰੱਬ ਦੇ ਬੰਦੇ ਨੇ ਉਹ ਸਭ ਕੁਝ ਹੀ ਆਪਣੇ ਪਿਆਰੇ ਰੱਬ ਨੂੰ ਸਮਰਪਿਤ ਕਰ ਦਿੰਦੇ ਨੇ
ਔਰ ਜਦੋਂ ਉਹ ਸਮਰਪਿਤ ਕਰ ਦਿੰਦੇ ਨੇ, ਰੱਬ ਦੇ ਸਾਥ 'ਚ ਹੁੰਦੇ ਨੇ, ਫਿਰ ਉਹਨਾਂ ਦੇ ਅੰਦਰ ਆਨੰਦ ਹੁੰਦਾ ਹੈ, ਉਹਨਾਂ ਦੇ ਜੀਵਨ ਦੇ ਅੰਦਰ ਸਹਿਜ ਹੁੰਦਾ ਹੈ, ਉਹਨਾਂ ਦੇ ਅੰਦਰ ਅਨਹਦ ਵਾਜਿਆਂ ਦੀ ਧੁਨ ਹੁੰਦੀ ਹੈ, ਝੋਕ ਹੁੰਦਾ ਹੈ, ਹੁਲਾਰਾ। ਉਹ ਇੱਕ ਆਨੰਦ ਦੇ ਵਿੱਚ ਹੁੰਦੇ ਨੇ, ਇੱਕ ਹੁਲਾਰੇ ਦੇ ਵਿੱਚ ਹੁੰਦੇ ਨੇ। ਔਰ ਇਹੀ ਰਹਾਓ ਦੀ ਤੁਕ ਹੈ ਤੇ ਇਹੀ ਜਿਹੜੀ ਹੈ ਛਾੜ ਮਨ ਹਰ ਬਿਮੁਖਨ ਕੋ ਸੰਗ ਕੇ ਭਾਈ, ਜਿਹੜਾ ਰੱਬ ਦੇ ਪਿਆਰ ਦੇ ਵਿੱਚ ਇਸ ਕਦਰ ਡੁੱਬ ਜਾਏਗਾ, ਉਹਨੂੰ ਕੋਈ ਮਨਮੁਖ, ਕੋਈ ਸਾਕਤ ਬੁੱਧੀ, ਕੋਈ ਰਾਖਸ਼ਸ ਬੁੱਧੀ, ਕੋਈ ਮੁਨਕਰ ਉਸ ਦਾ ਸਾਥ ਚੰਗਾ ਹੀ ਨਹੀਂ ਲੱਗੇਗਾ, ਉਹ ਉਹਦੇ ਕੋਲ ਹੀ ਨਹੀਂ ਬੈਠੇਗਾ। ਉਹਦੇ ਤਾਂ ਇਹ ਹੋਏਗਾ, ਕਬੀਰ ਸਾਕਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ। ਇਸ ਕਿਸਮ ਦਾ ਨਜ਼ਰ ਆਇਆ ਤਾਂ ਦੂਰੋਂ ਹੀ ਕਿ ਭਾਈ ਤੁਸੀਂ ਪਾਸੇ ਹੋ। ਦਰਸ਼ਨ ਪੇਖ ਭੈ ਨਿਰਭਿਖਈ ਪਾਏ ਹੈ ਸਗਲੇ ਥੋਕ। ਜਿਉਂ ਹੀ ਵਾਹਿਗੁਰੂ ਦੇ ਸੰਗ, ਵਾਹਿਗੁਰੂ ਦੇ ਅੰਗ ਜਾਂ ਅੰਗ ਸੰਗ ਅਸੀਂ ਕਹਿੰਦੇ, ਉਹ ਸਾਨੂੰ ਮਿਲਦਾ ਹੈ, ਉਸ ਦਾ ਦਰਸ਼ਨ। ਤੇ ਭੈ ਨਿਰਭਿਖਈ, ਵਿਖਿਆ ਵਕਾਰ, ਕਾਮ ਕ੍ਰੋਧ ਲੋਭ ਮੋਹ, ਨਿਰਭਿਖਈ ਹੈ, ਇਹ ਸਾਰਿਆਂ ਤੋਂ ਹੀ ਛੁਟਕਾਰਾ ਹੋ ਜਾਂਦਾ ਹੈ। ਪਾਏ ਹੈ ਸਗਲੇ ਥੋਕ, ਥੋਕ ਕਹਿੰਦੇ ਨੇ ਪਦਾਰਥ ਨੂੰ, ਵਸਤੂਆਂ ਨੂੰ। ਰੱਬ ਦੀ ਯਾਦ ਆ ਗਈ ਤੇ ਸਾਰੀਆਂ ਚੀਜ਼ਾਂ ਆਪੇ ਹੀ ਆ ਗਈਆਂ, ਕਿਸੇ ਦੀ ਭੁੱਖ ਹੀ ਨਹੀਂ ਰਹੀ। ਬਿਲਕੁਲ। ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਆਨ ਬਸਤ ਸਿਉ ਕਾਜ ਨਾ ਕਛੂ ਹੈ, ਸੁੰਦਰ ਬਦਨ ਅਲੋਕ। ਬਦਨ ਹੈ ਚਿਹਰਾ, ਅਲੋਕ ਹੈ ਵੇਖਣਾ। ਕਿ ਜਦੋਂ ਮੇਰੇ ਅੰਦਰ ਮੇਰੇ ਪਿਆਰੇ ਦਾ ਸੋਹਣਾ ਚਿਹਰਾ ਵਸ ਜਾਂਦਾ ਹੈ, ਮੇਰੇ ਨਿਰੰਕਾਰ ਦਾ, ਤੇ ਆਨ ਬਸਤ ਸਿਉ ਕਾਜ ਨਾ ਕਛੂ ਹੈ, ਹੋਰ ਕਿਸੇ ਚੀਜ਼ ਨਾਲ ਤਾਂ ਮੇਰਾ ਫਿਰ ਕੋਈ ਸੰਪਰਕ ਹੀ ਨਹੀਂ ਹੈ, ਕੋਈ ਸੰਬੰਧ ਹੀ ਨਹੀਂ ਹੈ। ਔਰ ਕਿਉਂਕਿ ਮੇਰੇ ਅੰਦਰ ਸੁੰਦਰ ਬਦਨ ਆਲੋਕ, ਮੈਨੂੰ ਉਸ ਪਿਆਰੇ ਦੇ ਦੀਦਾਰ ਹੋ ਰਹੇ ਨੇ। ਸ਼ਾਮ ਸੁੰਦਰ ਤਜ ਆਨ ਜੋ ਚਾਹਤ, ਜੋ ਕੁਸ਼ਤੀ ਤਨ ਜੋਕ। ਉਸ ਪਿਆਰੇ ਵਾਹਿਗੁਰੂ ਨੂੰ, ਇੱਥੇ ਬੇਸ਼ੱਕ ਸ਼ਾਮ ਕ੍ਰਿਸ਼ਨ ਜੀ ਲਈ ਵੀ ਲਫ਼ਜ਼ ਇਸਤੇਮਾਲ ਹੁੰਦਾ ਹੈ, ਪਰ ਇਹ ਸ਼ਾਮ ਸੁੰਦਰ ਵਾਹਿਗੁਰੂ ਦੇ ਲਈ ਹੈ। ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਸ਼ਬਦ ਗੁਰਬਾਣੀ ਦਾ, ਗੁਰੂ ਸਾਹਿਬਾਨ ਦਾ। ਸੋ ਇੱਥੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਜਿਹਦੇ ਅੰਦਰ ਰੱਬ ਤੋਂ ਬਿਨਾਂ ਕਿਸੇ ਹੋਰ ਦੀ ਚਾਹਨ ਹੈ, ਉਹ ਦੁਨੀਆ ਦੀਆਂ ਹੋਰ ਚੀਜ਼ਾਂ ਦੇ ਮੋਹ ਦੇ ਵਿੱਚ ਫਸ ਜਾਂਦਾ ਹੈ। ਉਹ ਇਵੇਂ ਹੀ ਹੈ ਜੋ ਕੁਸ਼ਤੀ ਤਨ ਜੋਕ। ਕੁਸ਼ਤੀ ਕਹਿੰਦੇ ਨੇ ਕੋੜ ਵਾਲੇ ਨੂੰ। ਹੁਣ ਜੋਕ ਲਿਵਰ ਫਲੂਕ ਕਹਿੰਦੇ ਨੇ ਉਹਨੂੰ। ਉਹ ਜਦੋਂ ਚੰਬੜਦੀ ਹੈ ਤਾਂ ਖੂਨ ਚੂਸਦੀ ਹੈ। ਚੰਗੇ ਭਲੇ ਨੂੰ ਚੰਬੜੇਗੀ ਤੇ ਚੰਗਾ ਭਲੇ ਦਾ ਖੂਨ, ਤੇ ਜੇ ਕੋੜੀ ਨੂੰ ਚੰਬੜੇਗੀ ਤਾਂ ਕੋੜ ਦਾ ਗੰਦਾ ਖੂਨ ਹੀ ਉਹਦੇ ਅੰਦਰ ਵੀ ਜਾਏਗਾ। ਸੋ ਉਹੀ ਗੁਰੂ ਸਾਹਿਬ ਨੇ ਇਸਤੇਮਾਲ ਕੀਤਾ ਕਿ ਸ਼ਾਮ ਸੁੰਦਰ ਤਜ ਆਨ ਜੋ ਚਾਹਤ। ਰੱਬ ਤੋਂ ਬਿਨਾਂ ਕਿਸੇ ਹੋਰ ਦੀ ਚਾਹ ਨਾ ਕਰਨਾ ਇਵੇਂ ਹੀ ਹੈ ਜਿਵੇਂ ਜਿਹੜੀ ਜੋਕ ਹੈ ਉਹ ਕੋੜੀ ਦਾ ਖੂਨ ਚੂਸ ਰਹੀ ਹੋਏ। ਔਰ ਅਖੀਰ ਸੂਰਦਾਸ ਮਨ ਪ੍ਰਭ ਹੱਥ ਲੀਨੋ ਦੀਨੋ ਇਹੋ ਪਰਲੋਕ। ਕੇ ਹੇ ਸੂਰਦਾਸ, ਜੇ ਆਪਣਾ ਮਨ ਰੱਬ ਦੇ ਹਵਾਲੇ ਕਰ ਦਈਏ ਤੇ ਰੱਬ ਉਸ ਦਿਲ ਨੂੰ ਆਪਣੇ ਹੱਥ ਫੜ ਲਏ, ਆਪਣੇ ਦਿਲ ਨਾਲ ਜੋੜ ਲਏ, ਦੀਨੋ ਇਹੋ ਪਰਲੋਕ, ਫਿਰ ਇਹ ਲੋਕ ਵੀ ਤੇ ਪਰਲੋਕ ਵੀ, ਦੋਨੋਂ ਦੁਨੀਆ ਜਿਹੜੀਆਂ ਨੇ ਉਹ ਤੁਹਾਡੇ ਕਦਮਾਂ ਦੇ ਉੱਤੇ ਆ ਕੇ ਵਿਛ ਜਾਂਦੀਆਂ ਨੇ। ਤੁਹਾਨੂੰ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਹੁੰਦੀ। ਇਹੀ ਫਕੀਰ ਹੈ। ਜਿਹਨੂੰ ਅਲਾਮਾ ਇਕਬਾਲ ਨੇ ਜਦੋਂ ਫਕੀਰੀ ਦੀ ਗੱਲ ਕਰਦਾ ਕਿਹਾ ਕਿ ਵੀ ਜਿਹੜੀ ਫਕੀਰ ਦੀ ਸ਼ਾਨ ਹੈ, ਉਹਦੇ ਸਾਹਮਣੇ ਸ਼ਾਨੇ ਸਿਕੰਦਰੀ ਕਿਆ ਹੈ। ਹੁਣ ਸਿਕੰਦਰ ਨੇ ਅੱਧੀ ਦੁਨੀਆ ਫਤਿਹ ਕੀਤੀ, ਲੇਕਿਨ ਜਿਹੜਾ ਉਹ ਫਕੀਰ ਹੈ, ਜੇ ਸਿਕੰਦਰ ਇੱਕ ਨੰਗ ਤੜੰਗੇ ਫਕੀਰ ਜਿਹੜਾ ਪੱਥਰ ਤੇ ਬੈਠਾ ਉਹਨੂੰ ਮਿਲਣ ਜਾਂਦਾ ਹੈ ਤਾਂ ਉਹਨੂੰ ਕਹਿੰਦਾ, ਦੱਸ ਦੁਨੀਆ ਦਾ ਬਾਦਸ਼ਾਹ, ਅੱਧੀ ਦੁਨੀਆ ਫਤਿਹ ਕਰਨ ਵਾਲਾ ਤੇਰੇ ਸਾਹਮਣੇ ਹੈ। ਉਹ ਕਹਿੰਦਾ ਜ਼ਰਾ ਪਾਸੇ ਹੋ ਜਾ, ਜਿਹੜੀ ਧੁੱਪ ਆ ਰਹੀ ਹੈ ਰੱਬ ਦੀ ਭੇਜੀ ਹੈ, ਨਾ ਰੋਕ, ਤੂੰ ਆਪਣੀ ਮੌਜ ਕਰ। ਇਹ ਹੈ ਫਕੀਰੀ। ਔਰ ਇਹੀ ਗੁਰੂ ਸਾਹਿਬ ਨੇ ਫਰਮਾਇਆ, ਸੂਰਦਾਸ ਮਨ ਪ੍ਰਭ ਹੱਥ ਲੀਨੋ। ਜਦੋਂ ਆਪਣਾ ਆਪਾ ਰੱਬ ਨੂੰ ਦੇ ਦਈਏ ਤਾਂ ਦੀਨੋ ਇਹ ਦੁਨੀਆ ਵਿੱਚ ਅਗਲੀ ਦੁਨੀਆ ਵੀ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਉਹ ਫਿਰ ਸਾਰੀ ਕਾਸਮੋਸ ਦਾ ਹੀ ਮਾਲਕ ਬਣ ਜਾਂਦਾ। ਉਹਨੂੰ ਫਿਰ ਕਿਸੇ ਚੀਜ਼ ਦੇ ਮੰਗਣ ਦੀ ਲੋੜ ਨਹੀਂ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@P4.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਾਸ਼ਨ ਆ ਗਿਆ ਦੋ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ